to administer and interpret a test of assessing personality. इंट्रोडक्शन पर्सनैलिटी बारे तुसी डिटेल च लिख देना है, मैं इत्थे नहीं डिस्कस कर रही, ये तुसी अपने ओदे च साइकोलॉजी एजुकेशन साइकोलॉजी च पढ़िया, बस थ्योरी पार्ट तुसी इंट्रोडक्शन दे विच लिख देना है, ठीक है। I'll be giving you a PDF, you can see ए ओदे किवें मेजरमेंट हो सकदी है, क्लास च दिन पहले भी ਅਸੀਂ डिस्कस ਕੀਤਾ है कि ऑब्जेक्टिव ढंग नाल भी कर सकते हैं, सब्जेक्टिव ढंग नाल भी कर सकते हैं। It is beyond the syllabus of guidance to discuss the theories, so I will not be discussing, I just hope ਤੁਸੀਂ ਕੀਤਾ ਹੋਇਆ है, ठीक है। I'll just directly come to the test, जेड़ा ਅਸੀਂ टेस्ट यूज कर रहे हैं that is a objective measurement। I hope ਤੁਹਾਨੂੰ ਪਤਾ ਹੈ ਸਬਜੈਕਟਿव ਹੁੰਦਾ ਹੈ ਜਿਹੜਾ ਇੱਕ ਇੰਡੀਵਿਜੂਅਲ ਤੋਂ ਦੂਸਰੇ ਇੰਡੀਵਿਜੂਅਲ ਰਿਜ਼ਲਟਸ ਚੇਂਜ ਹੁੰਦੇ हैं, ऑब्जेक्टिव ਹੁੰਦਾ ਹੈ ਜਿਵੇਂ ਮੈਂ ਤੁਹਾਨੂੰ ਕੁਐਸਚਨਰ ਦਿੱਤਾ ਤੁਸੀਂ ਫਿਲ ਕੀਤਾ, ਉਹਦੀ ਸਕੋਰਿੰਗ ਚਾਹੇ ਮੈਂ ਕਰਾਂ ਚਾਹੇ ਕੋਈ ਹੋਰ ਟੀਚਰ ਕਰੇ ਟੈਸਟ ਐਡਮਿਨਿਸਟ੍ਰੇਟਰ, ਉਹਦੇ ਰਿਜ਼ਲਟਸ ਨਹੀਂ ਚੇਂਜ ਹੁੰਦੇ, ਜਿਹੜੇ ਟੈਸਟ ਦੇ ਰਿਜ਼ਲਟਸ ਨਹੀਂ ਚੇਂਜ ਹੁੰਦੇ ਉਹ ਸਬਜੈਕਟ ਟੈਸਟ ਹੁੰਦੇ। प्रोजेक्टिव ਹੁੰਦੇ ਪਰਸਨੈਲਿਟੀ ਜਿਹੜੀ ਹੈ ਉਹ ਡਾਇਰੈਕਟ ਨਹੀਂ ਵੀ ਅਸੀਂ ਅਸੈਸ ਕਰਦੇ ਤਾਂ ਪ੍ਰੋਜੈਕਟਿਵ ਟੈਕਨੀਕਸ ਨਾਲ ਕੀ ਉਹਦੇ ਵਿੱਚ ਪ੍ਰੋਬਲਮ ਕੀ ਹੈ ਆਬਜੈਕਟਿਵ ਸਬਜੈਕਟਿਵ ਵਿੱਚ ਦੀ ਕੈਂਡੀਡੇਟ ਕੈਨ pretend to give answers which he or she is actually not। ਤੁਸੀਂ ਮੈਨੂੰ ਕੁਝ ਪੁੱਛੋਗੇ ਸੋਸ਼ਲ ਐਕਸੈਪਟੇਬਿਲਟੀ ਦੇ ਦਾਇਰੇ ਵਿੱਚ ਮੈਂ ਆਪਣੇ ਰਿਸਪੌਂਸ ਬਦਲ ਸਕਦੀ ਹਾਂ, ਬਟ ਅਗਰ ਅਸੀਂ ਪ੍ਰੋਜੈਕਟਿਵ ਟੈਕਨੀਕ ਯੂਜ਼ ਕਰਦੇ ਹਾਂ ਤਾਂ ਇਹ ਪ੍ਰੋਬਲਮ ਨਹੀਂ ਆਉਂਦੀ। ਪ੍ਰੋਜੈਕਟਿਵ ਦਾ ਇੱਕ ਐਗਜ਼ਾਮਪਲ ਦੇ ਰਹੀ ਹਾਂ, ਰੋਰਸ਼ੈਕ ਦਾ ਇੰਕ ਬਲੌਟ ਟੈਸਟ ਹੈ, ਉਹਦੇ ਵਿੱਚ ਰੋਰਸ਼ੈਕ ਨੇ ਕੀ ਕੀਤਾ ਹੈ ਕਾਰਡਸ ਦੇ ਉੱਤੇ ਇੰਕ ਦੇ ਧੱਬੇ ਬਲੌਟਸ ਪਾਏ ਨੇ ਤਾਂ ਜਿਹੜਾ ਸਬਜੈਕਟ ਹੈ ਉਹਨੇ ਦੇਖਣਾ ਹੁੰਦਾ ਹੈ ਕਿ ਇਹਦੇ ਚੋਂ ਕੀ ਨਜ਼ਰ ਆ ਰਿਹਾ, ਬਲੌਟਸ 'ਚ ਕੋਈ ਇਮੇਜ ਨਜ਼ਰ ਆ ਰਹੀ ਹੈ ਕਿ ਨਹੀਂ ਨਜ਼ਰ ਆ ਰਹੀ, ਉਹਦੇ ਨਾਲ ਕੀ ਹੈ ਹੀ ਇਜ਼ ਰਿਫਲੈਕਟਿੰਗ ਹਿਸ ਥਿੰਕਿੰਗ। ਤਾਂ ਇਦਾਂ ਦੇ ਟੈਸਟ ਹੁੰਦੇ ਪ੍ਰੋਜੈਕਸ਼ਨ ਕਰਦੇ ਹੋ ਤੁਸੀਂ ਆਪਣੇ ਆਨਸਰਸ ਦੇ ਥਰੂ ਆਪਣੀ ਇਨਸਾਈਡ ਪਰਸਨੈਲਿਟੀ ਜਿਹੜੀ ਹੈ ਤੁਸੀਂ ਉਹਨੂੰ ਪ੍ਰੋਜੈਕਟ ਕਰਦੇ ਹੋ, ठीक है। but we are not doing projective or subjective, we are doing an objective test, that is the EPI inventory we will be using। In the present experiment Eysenck personality questionnaire is being used and it assesses 3 important personality dimensions, psychoticism, neuroticism and extraversion, ठीक है जी। I'll be using one more, I found something on the net, it is written in a better way, so दिख रहा है छोटा एक लिखना ਤੁਸੀਂ ਉਦਾਂ ਹੀ ਹੈ, ਇਹ ਥੋੜਾ ਮੈਨੂੰ ਐਕੂਰੇਟ ਜ਼ਿਆਦਾ ਲੱਗ ਰਿਹਾ। तो पर्सनैलिटी ਤੁਸੀਂ ਸਬਜੈਕਟ ਦੀ ਅਸੈਸ ਕਰਨੀ ਹੈ, ਬੇਸਿਕ ਕਨਸੈਪਟ ਲਿਖਣ ਤੋਂ ਬਾਅਦ ਇਹ ਵਾਲਾ ਹੁਣ ਦੇਖੋ ਸਾਈਕੋਟਿਸਿਜ਼ਮ ਕੀ ਹੈ। ਸਾਈਕੋਟਿਸਿਜ਼ਮ ਇਜ਼ ਰੂਟਡ ਇਨ ਦ ਕੈਰੈਕਟਰਿਸਟਿਕਸ ਆਫ ਟਫ ਮਾਈਂਡedness, ਨॉन ਕਨਫਰਮਿਟੀ ਨਹੀਂ ਵਿਜ਼ੂਅਲ ਨਹੀਂ ਹੈ, ਓਕੇ ਇੱਥੇ ਇਹ ਵੇਰੀਏਬਲ ਜਿਹੜਾ ਤੁਸੀਂ ਮੈਜ਼ਰ ਕਰਦੇ ਹੋ ਪਰਸਨੈਲਿਟੀ ਦੇ ਉਹ ਡਾਈਮੈਂਸ਼ਨਸ ਨੇ ਜਿਹੜੇ ਇਸ ਟੈਸਟ ਦੇ ਵਿੱਚ ਦੇਖਦੇ ਆ। ਜਿਹੜਾ ਸਾਈਕੋਟਿਸਿਜ਼ਮ ਦਾ ਸਕੋਰ ਹੈ ਸਾਈਕੋਟਿਕ ਬਿਹੇਵੀਅਰ ਇਜ਼ ਰੂਟਡ ਇਨ ਥੀਸ ਥਿੰਗ, ਕੋਈ ਕਿੰਨਾ ਟਫ ਮਾਈਂਡਡ ਹੈ, ਨॉन ਕਨਫਰਮਿਟੀ, ਜਦੋਂ ਅਸੀਂ ਸੋਸ਼ਲ ਨੋਰਮਸ ਨੂੰ ਨਹੀਂ ਮੰਨਦੇ, ਜਿੰਨਾ ਨਹੀਂ ਮੰਨਦੇ ਉਨੇ ਅਸੀਂ ਸਾਈਕੋਟਿਕ ਹੁੰਦੇ ਜਾਂਦੇ ਆ, ਅਵੇ ਫਰਮ ਦ ਨਾਰਮਲ ਸਾਡਾ ਸੋਸ਼ਲ ਬਿਹੇਵੀਅਰ ਹੋ ਜਾਂਦਾ ਹੈ। ਸੋ ਅਸੀਂ ਪਰਸਨੈਲਿਟੀ ਦਾ ਇੱਕ ਡਾਇਮੈਂਸ਼ਨ ਸਾਈਕੋਟਿਸਿਜ਼ਮ ਹੈ ਜਿਹੜਾ ਟੈਸਟ ਮੈਜ਼ਰ ਕਰੇਗਾ। ਇਹ ਸਿਰਫ ਡਿਸਕ੍ਰਿਪਸ਼ਨ ਲਿਖੀ ਹੋਈ ਹੈ ਕਿੱਦਾਂ ਕਰਾਂਗੇ ਆਈ ਵਿਲ ਟੈਲ ਯੂ। ਉਸੇ ਤਰੀਕੇ ਨਾਲ ਬੇਟਾ ਨਿਊਰੋਟਿਸਿਜ਼ਮ ਹੈ, ਇਹ ਤੁਹਾਡੀ ਟੈਂਡੈਂਸੀ ਆਫ ਗੋਇੰਗ ਇਨਟੂ ਡਿਪਰੈਸ਼ਨ ਐਂਡ ਐਂਜ਼ਾਇਟੀ, ਜਿੰਨਾ ਨਿਊਰੋਟਿਸਿਜ਼ਮ ਚ ਸਕੋਰ ਜ਼ਿਆਦਾ ਹੈ ਇਹਦਾ ਮਤਲਬ ਤੁਹਾਡੀ ਟੈਂਡੈਂਸੀ ਟੂ ਗੋ ਇਨਟੂ ਡਿਪਰੈਸ਼ਨ ਹੋਣਾ ਜ਼ਿਆਦਾ ਹੈ। ਸਾਈਕੋਟਿਸਿਜ਼ਮ ਜਿੰਨਾ ਜ਼ਿਆਦਾ ਹੈ ਇਹਦਾ ਮਤਲਬ ਤੁਹਾਡਾ ਐਂਟੀ ਸੋਸ਼ਲ ਡੋਮੇਨ ਜਿਹੜਾ ਉਹ ਵੱਧਦਾ ਚਲਾ ਜਾਏਗਾ। ਕਲੀਅਰ ਹੈ ਦੋ ਚੀਜ਼ਾਂ ਦਿਮਾਗ ਦੇ ਵਿੱਚ। ਐਕਸਪਲੇਨੇਸ਼ਨਸ ਯੂ ਕੈਨ ਰੀਡ, ਆਈ ਐਮ ਨਾਟ ਰੀਡਿੰਗ ਨਾਓ। ਤੇ ਇੱਕ ਇਹਦੇ ਵਿੱਚ ਐਕਸਟਰਾਵਰਜਨ ਇੰਟਰੋਵਰਜਨ ਉਹ ਤੁਸੀਂ ਆਰਾਮ ਨਾਲ ਸੁਣੀ ਹੋਏਗੀ, ਆਈ ਐਮ ਵੈਰੀ ਸ਼ੋਰ। ਐਕਸਟਰੋਵਰਟ ਬਾਹਰਮੁਖੀ, ਇੰਟਰੋਵਰਟ ਅੰਤਰਮੁਖੀ। ਸੋ ਐਕਸਟਰੋਵਰਜਨ ਦਾ ਹਾਈ ਸਕੋਰ ਦਾ ਮਤਲਬ ਕੀ ਹੋਏਗਾ ਕਿ ਕੋਈ ਵੀ ਇੰਡੀਵਿਜੂਅਲ ਜਿਹੜਾ ਆਊਟਗੋਇੰਗ ਹੈ, ਟਾਕੇਟਿਵ ਹੈ ਐਂਡ ਹੀ ਇਜ਼ ਇਨ ਨੀਡ ਆਫ ਐਕਸਟਰਨਲ ਸਟਿਮੂਲੇਸ਼ਨ। ਕਈ ਲੋਕ ਕਮਰੇ 'ਚ ਬੰਦ ਰਹਿ ਕੇ ਕੰਮ ਕਰਨਾ ਪਸੰਦ ਕਰਦੇ, ਘੱਟ ਬੋਲਦੇ ਨੇ, ਹੈ ਨਾ। ਕਈ ਲੋਕ ਸੋਸ਼ਲ ਨੇ, ਫ੍ਰੈਂਡਲੀ ਨੇ। ਸੋ ਐਕਸਟਰਾਵਰਜਨ ਤੇ ਜਿੰਨਾ ਜ਼ਿਆਦਾ ਸਕੋਰ ਆਏਗਾ ਉਨੇ ਤੁਸੀਂ ਬਾਹਰ ਮੁਖੀ ਹੋ, ਤੁਹਾਡਾ ਜਿਹੜੀ ਪਰਸਨੈਲਿਟੀ ਬਾਹਰ ਮੁਖੀ ਹੈ, ਤੁਸੀਂ ਲੋਕਾਂ ਨਾਲ ਇੰਟਰੈਕਟ ਕਰਕੇ ਖੁਸ਼ ਹੁੰਦੇ, ਜ਼ਿਆਦਾ ਫਰੈਂਡ ਸਰਕਲ ਤੁਹਾਡਾ ਹੁੰਦਾ ਹੈ। ਸੋ ਇਹਦਾ ਜਿਹੜਾ ਸਕੋਰ ਹੈ ਅਗਰ ਜ਼ਿਆਦਾ ਆਏਗਾ ਦੈਟ ਮੀਨਸ ਤੁਸੀਂ ਐਕਸਟਰੋਵਰਜਨ ਹੋ, ਅਗਰ ਐਕਸਟਰੋਵਰਜਨ ਤੇ ਸਕੋਰ ਘੱਟ ਆਂਦਾ ਯੂ ਆਰ ਟੂਵਰਡਸ ਇੰਟਰੋਵਰਜਨ। ਇੱਕ ਐਂਬੀਵਰਟਸ ਵੀ ਹੁੰਦੇ ਨੇ, ਇਹਦੇ ਵਿੱਚ ਵੀ ਆਰ ਨਾਟ ਟਾਕਿੰਗ ਅਬਾਊਟ ਐਂਬੀਵਰਟਸ ਹੁੰਦੇ ਵਿੱਚ ਵਿਚਾਲੇ ਵਾਲੇ, ਠੀਕ ਹੈ ਜੀ। ਤੇ ਇੱਕ ਇਹਦੇ ਵਿੱਚ ਆਪਾਂ ਬੇਟਾ ਲਾਈਵ ਸਕੋਰ ਦੇਖਦੇ ਆ, ਇੱਥੇ ਲਿਖਿਆ ਨਹੀਂ ਹੋਇਆ। ਲਾਈਵ ਸਕੋਰ ਵਿਲ ਟੈਲ, ਔਰ ਤੁਹਾਨੂੰ ਸਕੋਰ ਹੋਏਗਾ ਕਿ ਤੁਹਾਨੂੰ ਪਤਾ ਚੱਲ ਜਾਏਗਾ ਸਬਜੈਕਟ ਨੇ ਆਨਸਰ ਦੇ ਵਿੱਚ ਕਿੰਨਾ ਲਾਈਵ ਬੋਲਿਆ, ਤਾਂ ਤੁਹਾਨੂੰ ਪਤਾ ਚੱਲ ਜਾਏਗਾ ਲਾਈਵ ਸਕੋਰ ਹੈ, ਠੀਕ ਹੈ। 4 ਡੋਮੇਨਸ ਦੇ ਵਿੱਚ ਅਸੀਂ ਚੈੱਕ ਕਰਦੇ ਹਾਂ। ਸੋ
आई स्ट्रेट अवे गो टू द फॉर्म ਜਿਹੜਾ ਤੁਸੀਂ ਹੁਣ ਕੰਮ ਕਰਾਣਾ ਹੈ। ਇਹਦਾ ਥਿਊਰੀ ਪਾर्ट ਹੋ ਗਿਆ। ਇਹ ਵਾਲਾ ਫਾਰਮ ਹੈ EPQR ਦਾ, ਜਿਸ 90 ਕੁਐਸਚਨਸ ਨੇ ਬੇਟਾ ਜਿਹੜੇ ਤੁਸੀਂ ਭਰਵਾਣੇ ਨੇ। फॉर एग्जाम्पल फर्स्ट देखो, डू यू हैव मेनी डिफरेंट हॉबीज, यस नो। सब्जेक्ट ਜਿਹੜਾ ਹੈ ਉਹ यस से टिक कर सकता है या नो टिक कर सकता, ਹੋਰ ਆਪਸ਼ਨ ਹੈ ਨਹੀਂ। ਤੁਸੀਂ ਹੁਣ ਕੀ ਕਰਨਾ ਹੈ, क्योंकि सारे ही टेस्ट इंग्लिश मीडियम जो है तो कोशिश करना ਜਿਹੜਾ ਬੱਚਾ ਅੰਗਰੇਜ਼ੀ ਸਮਝ ਜਾਂਦਾ ਹੈ ਉਹਨੂੰ ਤੁਸੀਂ ਐਜ਼ ਅ ਸਬਜੈਕਟ ਚੂਜ਼ ਕਰੋ, ਨਹੀਂ ਤਾਂ ਤੁਹਾਨੂੰ ਇੱਕ ਇੱਕ ਤੇ ਟ੍ਰਾਂਸਲੇਟ ਕਰਨਾ ਪਏਗਾ। ਉਹਦੇ ਨਾਲ ਇਹੋ ਜਿਹੜੇ ਟੈਸਟ ਹੁੰਦੇ ਨਾ ਬੇਟਾ, ਫਸਟ ਰੀਡ 'ਚ ਜਿਹੜਾ ਆਨਸਰ ਆਉਂਦਾ ਨਾ ਯੈਸ ਨੋ, ਉਹ ओरिजिनल ਰਿਸਪੌਂਸ ਹੁੰਦੀ ਹੈ। ਜਦੋਂ ਆਪਾਂ ਇੱਕ ਕੁਐਸਚਨ ਤੇ ਸੋਚਣ ਲੱਗ ਜਾਂਦੇ ਆ ਉਸ ਵੇਲੇ ਆਪਾਂ ਆਪਣੇ ਆਨਸਰ ਨੂੰ ਮੈਨੀਪੂਲੇਟ ਕਰ ਲੈਂਦੇ ਆ। ਤਾਂ ਇਸ ਲਈ ਪ੍ਰੈਫਰੇਬਲੀ ਇੰਗਲਿਸ਼ ਵਾਲਾ ਬੱਚਾ ਲਈਓ ताकि वो फर्स्ट गो च समझ जाए। कोई क्वेश्चन वो नहीं समझ आता, बी देयर टू मेक हिम अंडरस्टैंड। तो तुसी एक बार नजर मारो, ਤੁਹਾਨੂੰ समझ आएगी। बस तुसी कुछ नहीं करना है, सब्जेक्ट ने फिल करना है। ਹੁਣ पेज वाइज स्कोरिंग है बेटा। P stands for psychoticism, E for extroversion, N for neuroticism, L for the life score। क्लियर है गल बेटा? ठीक है। ਹੁਣ ਜਦੋਂ ਇਹਦੀ ਇਸ ਤਰੀਕੇ ਨਾਲ ਨੈਕਸਟ ਪੇਜ ਦੇਖੋ बेटा, एंटी क्वेश्चंस चले जाएंगे, पेज वाइज स्कोरिंग होएगी। क्लियर है बेटा? ਇੱਥੇ ਵੀ ਪੇਜ ਵਾਈਜ਼ ਸਕੋਰਿੰਗ ਹੋ ਰਹੀ ਹੈ ਐਂਡ ਲਾਸਟ ਦੇ ਉੱਤੇ ਤੁਸੀਂ ਟੋਟਲ ਸਕੋਰ ਕੱਟ ਲੋਗੇ। ਇਹ ਕਰਨੀ ਕਿੱਦਾਂ, ਹੁਣ ਵੀ ਵਿਲ ਬੀ ਡਿਸਕਸਿੰਗ। ਇਹਨਾਂ ਆਨਸਰਸ ਮੈਂ ਇਦਾਂ ਹੀ ਭੇਜਾਂਗੀ, ਆਈ ਡਿਡਨਟ ਗੈਟ ਦ ओरिजिनल वन। ਇਹ ਲਿਖੇ ਹੋਏ ਨੇ, ਤੁਹਾਨੂੰ ਸਮਝ ਆ ਜਾਏਗਾ। ਯੈਸ ਨੋ ਹੈ PENL। ਇਹਨੂੰ ਪ੍ਰੋਜੈਕਟ ਕਰਦੇ ਆ, ਪੀਪਲ ਦੇਖੋ, ਦਿਖ ਰਿਹਾ? P psychoticism page 1, E extroversion, N neuroticism, L life score। क्लियर हो रहा है? ਹੁਣ ਕੀ ਇਹਦਾ ਮਤਲਬ, ਜੇ yes ਲਿਖਿਆ ਹੈ, ਜੇ no ਲਿਖਿਆ ਹੈ। ਜੇ no ਆਈਟਮ ਨੰਬਰ ਕਿਹੜੇ ਕਿਹੜੇ ਸਾਈਕੋਟਿਸਿਜ਼ਮ ਨੂੰ ਮੈਜ਼ਰ ਕਰ ਰਹੇ, ਦੇਖੋ ਪੁਆਇੰਟ ਕੀ ਹੈ। ਪਹਿਲੇ ਪੇਜ ਦੇ ਉੱਤੇ ਮੇਰੇ ਕੋਲ 23 ਕੁਐਸਚਨਸ ਨੇ, 23 ਵਿੱਚੋਂ ਵੰਡੇ ਹੋਏ ਨੇ। ਕੁਝ ਕੁਐਸਚਨਸ ਸਬਜੈਕਟ ਦੇ ਸਾਈਕੋਟਿਸਿਜ਼ਮ ਨੂੰ ਮੈਜ਼ਰ ਕਰਦੇ ਨੇ, ਕੁਝ ਐਕਸਟਰਾਵਰਜਨ ਨੂੰ, कुछ लाइफ स्कोर नो, कुछ न्यूरोटिसिज्म नो। ठीक है। तो क्वेश्चन नंबर दूसरा, 6वां, 9वां, 11, 18 and 22, these questions they are measuring psychoticism, and when will you give him 1 mark? You will give him 1 mark when for the question number 2 he has given no, yes दिता है no score, yes दिता है तो कोई स्कोर नहीं देना। जे 2 ਦਾ ਉਹਨੇ 9 ਦਿੱਤਾ ਹੈ, 6 ਦਾ 9 ਦਿੱਤਾ ਹੈ, 9 ਦਾ 9 ਦਿੱਤਾ ਹੈ, 11 ਦਾ 9 ਦਿੱਤਾ ਹੈ, 18 ਦਾ 9 ਦਿੱਤਾ ਹੈ, 22 ਦਾ ਯੈਸ ਦਿੱਤਾ ਹੈ, ਤਾਂ 1 ਨੰਬਰ ਦੇ ਦੋਗੇ। ਜੇ ਉਸ ਤੋਂ ਆਪੋਜ਼ਿਟ ਰਿਸਪੌਂਸ ਹੈ ਤੇ ਕੋਈ ਨੰਬਰ ਨਹੀਂ ਦੇਣਾ। ਇਹ ਗੱਲ ਕਲੀਅਰ ਹੈ? ਮੈਂ ਤੁਹਾਨੂੰ ਇੱਕ ਸੋਲਵ ਵਾਲਾ ਦਿਖਾਉਂਦੀ ਹਾਂ। ਹੁਣ ਜਿਵੇਂ ਇਹ ਵਾਲਾ ਆਪਾਂ ਕੀਤਾ ਸੀ ਨਾ ਚੈਨਲ ਦਾ, ਹਾਂਜੀ ਆ ਦੇਖੋ, ਇਹ ਮੈਨੂੰ ਰੀਡ ਕਰਕੇ ਦੱਸੋ ਕਿਹੜੀ ਕਿਹੜੀ ਆਈਟਮਸ ਹੈ। 2 ਦਾ 9 ਹੈ, 1 ਮਾਰਕ ਹੈ ਨਾ। ਹਾਂ 2 ਦਾ ਦੇਖੋ 9 ਹੈ ਤਾਂ 1 ਮਾਰਕ ਹੋ ਗਿਆ। ਫਿਰ नेक्स्ट 6 ਦਾ देखो would being, अच्छा मैं समझो भी ਤੁਹਾਨੂੰ खुद ਨੂੰ ਵੀ ਸਮਝ ਆਣੀ ਚਾਹੀਦੀ ਹੈ। ਜਿਵੇਂ 2 ਹੈ, do you stop to think things over before doing anything। ਜਿੰਨਾ ਬੰਦਾ ਸੋਸ਼ਲੀ ਪਰੇ ਹੋਏਗਾ ਬਿਨਾਂ ਸੋਚੇ ਸਮਝੇ ਕੰਮ करेगा ना। हाँ, do you stop to think things over before doing anything। ਤਾਂ yes कि no, ਇਹ no ਦਾ ਇਹਨਾਂ ਨੇ ਦਿੱਤਾ ਹੋਇਆ ਨਾ, no है आंसर। हाँ जी। ਤਾਂ 1 नंबर देना है। 6 नंबर की would being in debt worry you। नहीं, मेरे ਉੱਤੇ ਕਰਜ਼ਾ, ਨਾਰਮਲ ਬੰਦੇ ਨੂੰ ਕੀ ਹੋਣਾ ਚਾਹੀਦਾ ਹੈ, ਕਰਜ਼ਾ ਚੜੇ ਤਾਂ ਵਰੀ ਹੋਣਾ ਚਾਹੀਦਾ ਹੈ। ਤੇ ਇੱਥੇ ਹੈ ਅਗਰ ਉਹ ਕਹਿੰਦਾ no that means ਉਹਨਾਂ ਸਾਈਕੋਟਿਕ ਹੋ ਗਿਆ। फिर नेक्स्ट आइटम ਕਿਹੜੀ ਹੈ, 9th देखो, अगर किते ना दिख रही है प्रोजेक्शन तो दसियो। 9th है, do you lock up your house carefully at night। ਇਹਦਾ ਕੀ ਹੈ, no yes no मैम। no ਦਾ ਨੰਬਰ ਦੇਣਾ ਹੈ ਨਾ। if you don't know ਯਾਨੀ ਤਾਂ ਕੋਈ ਟੈਨਸ਼ਨ, ਨਾਰਮਲ ਬੰਦੇ ਨੂੰ ਹੁੰਦੀ, ਸਾਰੇ ਤਾਲਾ ਲਗਾਉਂਦੇ ਆ। ਸਮਝ ਆ ਗਈ? ਜਿਹੜਾ ਆਈਟਮ ਹੈ ਉਹਨੂੰ ਪੜ੍ਹ ਕੇ ਤੁਹਾਨੂੰ ਆਪਣੇ ਆਪ ਪਤਾ ਚੱਲੇ ਜਾਏਗਾ ਕਿ ਇਹ ਐਬਨੋਰਮੈਲਿਟੀ ਮੈਜ਼ਰ ਕਰ ਰਿਹਾ, ਸਾਈਕੋਟਿਕ ਬਿਹੇਵੀਅਰ ਮੈਜ਼ਰ ਕਰ ਰਿਹਾ, ਨਿਊਰੋਟਿਕ ਕਰ ਰਿਹਾ। ਵੈਸੇ ਤਾਂ ਆਪਾਂ ਤੁਹਾਨੂੰ ਦੇ ਹੀ ਰਹੇ ਹਾਂ, ਬਟ ਤੁਹਾਨੂੰ ਆਪਣੇ ਆਪ ਨੂੰ ਵੀ ਸਮਝ ਹੋਣੀ ਚਾਹੀਦੀ ਹੈ। मेरी गल समझ रहे हो? और नेक्स्ट आइटम देखो केड़ी है, 11th देखो, would it upset you a lot to see a child or an animal suffer। no।
तो फिर हो गया नॉर्मल बिहेवियर कि नहीं? मेरी गल क्लियर होगी? ए वाले आंसर्स जेडे ने ये सारे आइटम्स, एक एग्जांपल मैं ਤੁਹਾਨੂੰ ਦਿੱਤਾ है, ये सारे साइकोटिसिज्म ਨੂੰ मेजर कर रहे हैं। एक क्लास देखो 22 ਦਾ यस है, 22 ਦਾ यस देखते हैं क्यों है। ओके, would you take drugs which may have strange or dangerous effects? yes, ਤਾਂ ਹੋ ਗਿਆ साइकोटिक बिहेवियर। मेरी गल फॉलो करके सो पेज वाइज ਇਹਨਾਂ ਨੇ ਦੱਸਿਆ ਹੋਇਆ ਹੈ ਕਿ ਸਾइकोटिसिज्म ਇਹਨਾਂ ਨੰਬਰ ਕੁਐਸਚਨਸ ਤੋਂ ਤੁਸੀਂ ਮੇਜਰ ਕਰਨੀ ਹੈ ਤੇ ਜਿਹੜੇ ਜਿਹੜੇ ਅੱਗੇ ਲਿਖੀ ਹੋਏਗੀ ਉਹਨੂੰ ਤੁਸੀਂ ਨੋ ਹੈ ਤੇ ਨੰਬਰ ਦੇਣਾ। ਅਗਰ ਉਹ ਇਸ ਦੇ ਵਿੱਚ ਫਿੱਟ ਕਰ ਰਹੀ ਹੈ, ਇਹਦੇ ਵਿੱਚ ਫਿੱਟ ਕਰ ਰਹੀ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹ ਵਾਲੇ ਆਨਸਰਸ ਆ ਰਹੇ ਹੈ ਤਾਂ ਉਹਨੂੰ 1 ਮਾਰਕ ਦੇ ਜਾਣਾ। ਹੁਣ ਆਪਾਂ ਇਹ ਵਾਲੇ ਇਹਦੇ ਤੋਂ ਕਰਦੇ ਹਾਂ ਕਾਪੀ ਤੋਂ। ਦੇਖੋ ਕੁਐਸਚਨ ਨੰਬਰ 2 ਦਾ 1 ਮਾਰਕ ਆ ਗਿਆ, ਕੁਐਸਚਨ ਨੰਬਰ 6 ਦਾ 1 ਮਾਰਕ ਆ ਗਿਆ, क्वेश्चन नंबर 9 ਦਾ नहीं आया। कोई आया सी कौन लिखा है? नहीं मैं वो दूसरा वर्ड एक्स्ट्रोवर्ट। अच्छा ऐसा नहीं है तो 1 2 हो गया, फिर 9 ਦਾ है नहीं, 11 ਦਾ नहीं है कोई ना? नहीं। हां 18 ਦਾ हैगा। हां सो 1 2 एंड 3 आ देखो 3 आ गया। P ਦਾ स्कोर क्लियर होई गल? क्लियर होई बेटा? एक अपन न्यूरोटिसिज्म वाला भी देख लेना है। न्यूरोटिसिज्म दे विच क्वेश्चन नंबर 1 है, सॉरी एक्सट्रावर्जन, सॉरी एक्सट्रावर्जन देख रही हां, ए आ वाला ठीक है। हुन इथे लिखिया जे ओने यस दिता है 1 ਨੂੰ 5 ਨੂੰ 10 ਨੂੰ 14 ਨੂੰ ਤੇ 17 ਨੂੰ ਤਾਂ 1 नंबर दे दो। जे ओने 21 ਨੂੰ नो दिता है ਤਾਂ 1 नंबर दे दो। अगर ऑपोजिट आंसर है तो कोई नंबर नहीं देने, ठीक है। चलो लेट्स सी। हुन यस 1 ਨੂੰ डू यू हैव मेनी डिफरेंट हॉबीज? यस ਤਾਂ 1 ਨੰਬਰ। ਆਪਾਂ ਕੀ ਲੱਭ ਰਹੇ ਹਾਂ? ਬਾਹਰ ਮੁਖੀ ਅੰਤਰਮੁਖੀ ਵਾਲਾ ਲੱਭ ਰਹੇ ਹਾਂ। ਜੇ ਤੁਹਾਡੀਆਂ ਬਹੁਤ ਹੌਬੀਜ਼ ਹੈ ਤੇ ਦੈਟ ਮੀਨਸ ਤੁਸੀਂ ਉਹਨੇ ਸੋਸ਼ਲ ਬਾਹਰ ਜਾਂਦੇ ਹੋ ਨਾ, ਘੁੰਮਦੇ ਹੋ, ਲੋਕਾਂ ਨਾਲ ਇੰਟਰੈਕਟ ਕਰਦੇ ਹੋ, ਤਾਂ 1 ਨੰਬਰ ਮਿਲ ਗਿਆ। ਨੈਕਸਟ ਹੈਗਾ ਤੁਹਾਡਾ 5 ਨੰਬਰ। 5 ਨੰਬਰ ਦੇਖੋ, ਆਰ ਯੂ ਅ ਟਾਕੇਟਿਵ ਪਰਸਨ? ਯੈਸ ਆ ਗਿਆ ਤਾਂ 1 ਨੰਬਰ। ਕਲੀਅਰ ਹੈ ਨਾ? ਮੈਂ ਤਾਂ ਪੜ੍ਹ ਰਹੀ ਹਾਂ ਤੁਹਾਨੂੰ ਪਤਾ ਹੋਏ ਕਿ ਕਿੱਦਾਂ ਉਸ ਡਾਇਮੈਂਸ਼ਨ, ਇਹ 4 ਡਾਇਮੈਂਸ਼ਨ ਅਸੀਂ ਮੇਜਰ ਕਰ ਰਹੇ ਹਾਂ। ਆਪਾਂ ਮੇਜਰ ਕਰ ਰਹੇ ਹਾਂ ਸਾइकोटिसिज्म, एक्सट्रावर्जन, न्यूरोटिसिज्म एंड लाइफ स्कोर, ठीक है। ਹੁਣ ਲਾਈਫ ਸਕੋਰ ਵਾਲੇ ਕਰਦੇ ਆ। ਇਹ ਵਾਲਾ ਕਲੀਅਰ ਹੋ ਗਿਆ ਨਾ? ਸਾਰੇ ਨਹੀਂ ਕਰਦੇ। ਲਾਈਫ ਸਕੋਰ ਦੇਖਦੇ ਆ ਆਪਾਂ। ਲਾਈਫ ਸਕੋਰ ਦੇ ਵਿੱਚ ਆਪਣਾ ਹੈਗਾ 9 ਅਗਰ ਬੱਚੇ ਨੇ 4 8 ਤੇ 16 ਨੂੰ ਕੀਤਾ ਤੇ 13 ਤੇ 20 ਨੂੰ ਅਗਰ ਯੈਸ ਕੀਤਾ। ਵੀ ਵਿਲ ਸੀ ਕੁਐਸਚਨ ਨੰਬਰ 4। ਕੁਐਸਚਨ ਨੰਬਰ, ਹੈਵ ਯੂ ਐਵਰ ਟੇਕਨ ਦ ਪ੍ਰੇਜ਼ ਫॉर ਸਮਥਿੰਗ ਯੂ ਨਿਊ ਸਮਵਨ ਐਲਸ ਹੈਡ ਰੀਅਲੀ ਡਨ? ਕਿਸੇ ਹੋਰ ਨੇ ਕੰਮ ਕੀਤਾ ਹੈ ਤਾਂ ਤੁਸੀਂ ਉਹਦੀ ਪ੍ਰੇਜ਼ ਅਗਰ ਲੈ ਲੈਂਦੇ ਹੋ ਤਾਂ नो ਲਿਖਿਆ ਹੈ ਤਾਂ 1 ਨੰਬਰ ਦੇਣਾ ਹੈ, ਮਤਲਬ ਝੂਠ ਬੋਲ ਰਿਹਾ ਹੈ। ਲਾਈਫ ਸਕੋਰ ਕੱਢ ਰਹੇ ਹਾਂ। ਮੇਰੀ ਗੱਲ ਸਮਝ ਰਹੇ ਹੋ? ਇੱਕ ਆਈਟਮ ਹੋਰ ਦੇਖੋ, 8 ਨੰਬਰ ਦੇਖੋ, were you ever greedy by helping yourself to more than your share of anything? no। ਫਿਰ ਝੂਠ ਹੈ, ਅਸੀਂ ਸਾਰੇ ਹੁੰਨੇ ਹਾਂ greedy। ਤੁਸੀਂ ਗੱਲ ਸਮਝ ਰਹੇ ਹੋ? ਇਹ ਸਿਚੁਏਸ਼ਨ ਦੇ ਵਿੱਚ ਅਗਰ ਉਹ ਯੈਸ ਕਹਿ ਰਿਹਾ ਤਾਂ ਉਹਦਾ ਨਾਰਮਲ ਆਨਸਰ ਹੈ, ਅਗਰ ਉਹ नो ਕਹਿ ਰਿਹਾ ਉਹ ਲਾਈਫ ਸਕੋਰ ਨੂੰ ਕਰ ਰਿਹਾ ਹੈ, ठीक है। ਤਾਂ ਇਹਦੇ ਵਿੱਚ ਅਸੀਂ ਲਾਈਫ ਸਕੋਰ ਇਹ ਵਾਲੀਆਂ ਆਈਟਮਸ ਤੋਂ ਕੈਲਕੂਲੇਟ ਕਰ ਲਾਂਗੇ ਇੱਕ ਇੱਕ ਨੰਬਰ ਦੇ ਕੇ। ਹੈਵ ਆਈ ਮੇਡ ਮਾਈਸੈਲਫ ਕਲੀਅਰ ਬੇਟਾ? Similarly you will do all this on the second sheet, third sheet and fourth sheet. Second and third and this is the fourth sheet। और ਇੱਥੇ ਤੁਸੀਂ ਜੋ ਸਾਰਾ ਫਾਈਨਲ ਸਕੋਰ ਆਇਆ ਚਾਰੋਂ ਸ਼ੀਟਾਂ ਦਾ, ਸਾइकोटिसिज्म, न्यूरोटिसिज्म, एक्सट्रावर्जन ਤੇ ਲਾਈਫ ਸਕੋਰ, ਉਹਨੂੰ ਟੋਟਲ ਐਡ ਅਪ ਕਰਨਾ ਹੈ। ਇੰਨੀ ਗੱਲ ਕਲੀਅਰ ਹੋ ਗਈ ਇੱਥੇ ਤੱਕ? ਇਹ ਤੁਸੀਂ ਸਬਜੈਕਟ ਕੋਲੋਂ ਭਰਵਾਣਾ ਹੈ, ਇੱਕੋ ਸਬਜੈਕਟ ਲੈਣਾ। ਮੈਂ ਬਾਰ-ਬਾਰ ਕਹਿ ਰਹੀ ਹਾਂ, ਉਹਦੇ ਤੇ ਪਰਸਨੈਲਿਟੀ, ਉਹਦੇ ਤੇ ਇੰਟਰਸਟ, ਉਹਦੇ ਤੇ ਐਪਟੀਟਿਊਡ ਲਗਾਣਾ, ਕਿਉਂਕਿ ਪ੍ਰੋਫਾਈਲ ਤਿਆਰ ਕਰਨਾ ਹੈ। ਆਪਾਂ ਕਰ ਕੀ ਰਹੇ ਹਾਂ? ਜਿਹੜੇ ਬੱਚੇ ਕਲਾਸ ਨਹੀਂ ਲੈਂਦੇ, ਆਪਾਂ ਸਾਰੇ ਟਾਈਪਸ ਆਫ ਗਾਈਡੈਂਸ ਦੇ ਵਿੱਚ ਫਰਸਟ ਸਟੈਪ ਕੀ ਕਿਹਾ ਸੀ ਕਿ ਜਦੋਂ ਗਾਈਡੈਂਸ ਲੈਣ ਆਇਆ ਬੰਦਾ, ਚਾਹੇ ਉਹ ਐਜੂਕੇਸ਼ਨਲ, ਚਾਹੇ ਵੋਕੇਸ਼ਨਲ, ਚਾਹੇ ਪਰਸਨਲ, ਅਸੀਂ ਉਹਦਾ ਪ੍ਰੋਫਾਈਲ ਪ੍ਰਿਪੇਅਰ ਕਰਾਂਗੇ। ਤੇ ਪ੍ਰੋਫਾਈਲ ਕਿਵੇਂ ਪ੍ਰਿਪੇਅਰ ਕਰਾਂਗੇ? ਟੈਸਟਿੰਗ, ਨਾਨ ਟੈਸਟਿੰਗ ਟੈਕਨੀਕਸ ਨਾਲ। ਸਾਡੇ ਸਿਲੇਬਸ ਦੇ ਵਿੱਚ ਟੈਸਟਿੰਗ ਟੈਕਨੀਕਸ ਨੇ। ਇਹ ਚਾਰੋਂ ਚੀਜ਼ਾਂ ਕੱਢ ਕੇ ਉਹਦਾ ਅਸੀਂ ਬਰੀਫ ਪ੍ਰੋਫਾਈਲ ਬਣਾ ਲਾਂਗੇ ਤਾਂ ਕਿ ਅਸੀਂ ਉਹਨੂੰ ਗਾਈਡ ਕਰ ਸਕੀਏ ਕਿ ਉਹ ਕਿਹੜਾ ਕਿੱਤਾ ਜਾਂ ਕਿਹੜਾ ਐਜੂਕੇਸ਼ਨਲ ਸਫੀਅਰ ਜਿਹੜਾ ਉਹਨੂੰ ਚੂਜ਼ ਕਰੇ, ਠੀਕ ਹੈ। ਸੋ ਯੂ ਹੈਵ ਟੂ ਟੇਕ ਓਨਲੀ ਵਨ ਸਬਜੈਕਟ। ਇੰਨੀ ਗੱਲ ਕਲੀਅਰ ਹੈ ਬੇਟਾ? ਇਸ ਤੋਂ ਬਾਅਦ ਹੁਣ ਕੀ ਕਰਨਾ ਹੈ? ਵਾਂਸ ਯੂ ਹੈਵ, ਇੱਥੇ ਦੇਖੋ ਇੱਥੇ ਲਿਖਿਆ ਹੋਇਆ ਹੈ the scale of 5 to 6 denotes average strength of the factor. Scores above 6, that is from 7 to 10, express gradually the greater strength of the factor, and score below 5 from 1 to 4 indicate gradual decrease of the factor.
ਇਹ ਜਦੋਂ ਤੁਸੀਂ ਕਨਵਰਟ ਕਰੋਗੇ ਫਿਰ ਮੈਂ ਤੁਹਾਨੂੰ ਮੈਨੂਅਲ ਚ ਦਿਖਾਣੀ ਆ ਦੀ ਕਨਵਰਜਨ। ਇਹ ਤੁਹਾਨੂੰ ਸਾਰਾ ਅਸੀਂ ਪੀਡੀਐਫ ਭੇਜਾਂਗੇ ਬੇਟਾ, ਜਿਹੜੀ ਜਿਹੜੀ ਚੀਜ਼ ਤੁਹਾਡੀ ਯੂਜ਼ ਹੋਣੀ ਹੈ। ਤੁਹਾਡੇ ਕੋਲ ਜਿਹੜੇ ਸਕੋਰ ਆ ਗਏ ਸੀ ਨਾ ਹੁਣੇ ਬੇਟਾ, ਫਾਈਨਲ ਜਿਹੜਾ ਸਕੋਰ ਆ ਜਾਏਗਾ ਜਿਵੇਂ ਆ ਬੱਚਾ ਹੈ ਨਾ, ਫਾਈਨਲ ਸਕੋਰ ਇਹਦਾ 9 ਆਇਆ ਹੈ ਸਾਈਕੋਟਿਸਿਜ਼ਮ ਤੇ। ਆ ਦੇਖੋ ਆ ਵਾਲਾ ਫਾਈਨਲ ਇਹ ਐਡ ਕਰਨ ਤੋਂ ਬਾਅਦ ਇਹ 9 ਆ ਗਿਆ, ਇਹ 8 ਆ ਗਿਆ, ਇਹ 6 ਆ ਗਿਆ, ਰਾਈਟ ਸਕੋਰ ਦੇ ਵਿੱਚ 6 ਆ ਗਿਆ। ਇਹ ਰॉ ਸਕੋਰ ਨੇ, ਕੀ ਨੇ? ਰॉ ਸਕੋਰ। ਹੁਣ ਰॉ ਸਕੋਰਸ ਨੂੰ ਅਸੀਂ ਸਟੈਂਡਰਡ ਸਕੋਰ ਜਾਂ ਸਕੈਨ ਸਕੋਰ ਕਹਿੰਦੇ, ਉਹਦੇ ਚ ਕਨਵਰਟ ਕਰਦੇ ਹੁੰਦੇ ਆ। ਇਹਦੇ ਵਾਸਤੇ ਸਾਡੇ ਕੋਲ ਇਹਨਾਂ ਨੂੰ ਕੀ ਕਹਿੰਦੇ ਆ? ਨੋਰਮ ਟੇਬਲ। ਨੋਰਮ ਦਾ ਰੂਲ ਟੇਬਲ। ਰੂਲ ਕੀ ਬਣਾਇਆ ਆਈਜ਼ੈਕ ਨੇ? ਆ ਦੇਖੋ ਇੱਥੇ ਹੈ ਸਕੈਨ ਸਕੋਰ, ਇੱਥੇ ਰॉ ਸਕੋਰਸ ਨੇ ਸਾਰਿਆਂ ਦੇ। ਆਪਣਾ ਆਇਆ P ਦਾ 9, ਠੀਕ ਹੈ। 9 ਅਗਰ रॉ ਸਕੋਰ ਹੈ ਤਾਂ ਸਕੈਨ ਸਕੋਰ ਕੀ ਹੈ? ਪੈਰਲਲ 10। ਉਸ ਤੋਂ ਬਾਅਦ ਨਿਊਰੋਟਿਸਿਜ਼ਮ ਦਾ 16 ਕਿੰਨਾ ਹੈ ਟੋਟਲ? ਨਹੀਂ ਸੌਰੀ 8 ਦੇਖਦੇ ਆ। 8 ਕਿਹਦੇ ਵਿੱਚ ਫਾਲ ਕਰ ਰਿਹਾ ਹੈ? 4 ਦੇ ਵਿੱਚ। ਫਿਰ ਉਹਦਾ ਸਕੈਨ ਸਕੋਰ ਹੋ ਗਿਆ 4। Similarly for neuroticism, similarly for life score. If you have taken a female, if you have taken a male, you will consult this table. थोड़ा सा फर्क होएगा। Clear है ਗੱਲ? ਇਹ ਦੋ ਟੇਬਲਸ ਤੁਸੀਂ ਆਪਣੀ ਫਾਈਲ ਦੇ ਵਿੱਚ ਬਣਾਓਗੇ ਜਿਹੜਾ ਵੀ ਯੂਜ਼ ਕਰ ਰਹੇ ਹੋਗੇ ਟੇਬਲ। ਮੇਲ ਵਾਲਾ ਹੈ ਤਾਂ ਮੇਲ ਬਣਾ ਲਿਓ, ਦੋਨੋਂ ਨਹੀਂ ਬਣਾਉਣ ਦੀ ਲੋੜ ਹੈਗੀ। ਅੱਛਾ ਜਿਹੜਾ ਤੁਹਾਨੂੰ ਮੈਂ ਹੁਣੇ ਰੀਡ ਕਰ ਰਹੀ ਸੀ ਉਹ ਦੇਖੋ। For males, if the raw score or life score exceeds 7, reject the scores. The score of 5 to 6 denote average strength of the factor. Score above 6, that is from 7 to 10, express gradually the greater strength of the factor, and score below 5, that is from 1 to 4, indicate gradual decrease of the factor. उस factor ਦੇ ਉੱਤੇ ਉਹ high है, मतलब extroversion ਤੇ अगर वो high है तो ਤੁਸੀਂ ਕਹੋਗੇ extrovert है, अगर घट है तो ਤੁਸੀਂ ਕਹੋਗੇ introversion पास से, ठीक है। We will read one description, so this is clear to you. आ देखो इंटरप्रिटेशन है, ਤੁਹਾਨੂੰ ਕਾਪੀ ਵਿੱਚ ਮੈਂ ਦਿਖਾਉਂਗੀ ਬੇਟਾ ਇਹਦਾ ਦੇਖ ਲਓ। The subject's raw score on psychoticism was 12, which was converted to STEM score amounting to 10. ठीक है। The obtained raw score on extroversion was 15, which was equivalent to 6 in the STEM score. The raw score obtained in neuroticism was 13, ਤੇ ਜਿਹਨੂੰ ਅਸੀਂ STEM score 7 ਦਾ, and so on. ਹੁਣ ਇੰਟਰਪ੍ਰੀਟੇਸ਼ਨ ਕੀ ਹੈ? ਇੱਕ ਪੜ੍ਹ ਦਿੰਨੀ ਆ ਬੇਟਾ। The subject's raw score in psychoticism was 12, which was converted to STEM score ਜਿਹੜਾ 10 ਆ ਗਿਆ। 12 ਉਹਦਾ raw score ਸੀਗਾ, ਜਦੋਂ ਉਹਨੂੰ ਅਸੀਂ STEM score ਚ ਕਨਵਰਟ ਕੀਤਾ ਟੇਬਲ ਤੋਂ ਦੇਖ ਕੇ, ਉਹ ਸਾਡੇ ਕੋਲ 10 ਆਇਆ। This gradual display tendencies to developing psychotic disorders, ਕਿ gradually ਬੰਦਾ ਜਿਹੜਾ ਹੈ ਉਹ ਸਾਈਕੋਟਿਸਿਜ਼ਮ ਵੱਲ ਜਾਣ ਦੀ ਉਹਦੀ ਟੈਂਡੈਂਸੀ ਤੁਸੀਂ ਫਾਈਂਡ ਆਊਟ ਕੀਤੀ ਹੈ। ਕਿਉਂਕਿ ਹਾਈ ਆ ਗਿਆ ਨਾ ਸਕੋਰ, ਆਪਾਂ ਕਿਹਾ ਹੈ ਕਿ ਜਦੋਂ ਇੰਨੇ ਤੋਂ ਜ਼ਿਆਦਾ ਹੈ ਤਾਂ ਹਾਈ ਹੈ। ਹੁਣ ਇਹ ਹਾਈ ਵਾਲੇ ਪਾਸੇ ਹੈ, ਇਹਦਾ ਮਤਲਬ ਤੁਸੀਂ ਇੰਟਰਪ੍ਰੀਟ ਕੀ ਕਰੋਗੇ ਕਿ ਜਿਹੜਾ ਮੇਰਾ ਸਬਜੈਕਟ ਹੈ ਰਮਨਦੀਪ ਕੌਰ, ਉਹਦੇ ਚਾਂਸਸ ਨੇ ਸਾਈਕੋਟਿਸਿਜ਼ਮ ਵੱਲ ਜਾਣ ਦੇ। ਠੀਕ ਹੈ ਜੀ। ਇਹਦੀ ਇੰਟਰਪ੍ਰੀਟੇਸ਼ਨ ਉਹੀ ਹੈ ਜਿਹੜੀ ਮੈਂ ਹੁਣੇ ਤੁਹਾਨੂੰ ਮੈਨੂਅਲ 'ਚ ਦਿਖਾ ਰਹੀ ਸੀ। People with high psychotic scores might be inclined towards cruel, inhuman, socially indifferent, hostile and aggressive, not considerate of danger, glacial and intolerant। ਇਹ ਸਾਰਾ ਮੈਨੂਅਲ 'ਚ ਲਿਖਾ ਹੋਇਆ ਹੈ। We will give you ਉਹਦਾ ਨਾ ਕਿ ਸਾਈਕੋਟਿਸਿਜ਼ਮ ਦਾ ਹਾਈ ਸਕੋਰ ਦਾ ਮਤਲਬ ਕੀ ਹੈ। ਜੇ ਲੋ ਸਕੋਰ ਆਂਦਾ ਫਿਰ ਤੁਸੀਂ ਕੀ ਕਹਿੰਦੇ? ਉਹਦੀ ਲੈਸ ਟੈਂਡੈਂਸੀ ਹੈ ਇਨਹਿਊਮਨ ਹੋਣ ਦੀ, ਲੈਸ ਟੈਂਡੈਂਸੀ ਹੈ ਉਹਦੀ ਸੋਸ਼ਲੀ ਇੰਡਿਫਰੈਂਟ ਹੋਣ ਦੀ। ਲੈਸ ਲਗਾ ਦੋਗੇ। ਜੇ ਮੋਰ ਆ ਰਿਹਾ ਤਾਂ ਮੋਰ ਲਗਾ ਦੋਗੇ। ਮਤਲਬ ਸਿੰਪਲ ਭਾਸ਼ਾ 'ਚ ਜਿੰਨਾ ਸਾਈਕੋਟਿਸਿਜ਼ਮ ਦੇ ਸਕੋਰ ਜ਼ਿਆਦਾ ਵਾਲੇ ਪਾਸੇ ਆ ਗਿਆ, ਉਹਦੇ ਐਂਟੀ ਸੋਸ਼ਲ, ਗੈਰ ਸਮਾਜਿਕ ਜਿਹੜੇ ਉਹਦੇ ਮਤਲਬ ਲੱਛਣ ਨੇ, ਟ੍ਰੇਟਸ ਨੇ, ਉਹ ਜ਼ਿਆਦਾ ਦਿਖਾਣੇ ਸ਼ੁਰੂ ਕਰ ਦੇਗਾ। ਕਲੀਅਰ ਹੈ ਨਹੀਂ ਗੱਲ? ਠੀਕ ਹੈ। ਸਿਮਿਲਰਲੀ ਤੁਸੀਂ ਐਕਸਟ੍ਰਾਵਰਜਨ ਦਾ ਹੁਣ ਦੇਖੋ ਕੀ ਹੈ। ਰॉ ਸਕੋਰ ਆਇਆ 15, ਜਦੋਂ ਇਹਨੂੰ ਕਨਵਰਟ ਕੀਤਾ ਉਹ 6 ਆ ਗਿਆ ਸਟੈਂਡ ਸਕੋਰ। ਇਹਦੇ 'ਚ ਕੀ ਆ ਗਿਆ? ਐਵਰੇਜ ਸਟਰੈਂਥ ਆ ਗਈ ਇੰਡੀਵਿਜੂਅਲ ਦੀ। In this subject might be sociable, outgoing, active, gregarious, impulsive, thrill seeking, assertive। ਇਹ ਸਾਰਾ ਲਿਖਿਆ ਹੋਇਆ ਹੈ। ਇਹ ਥੋੜਾ ਮੈਨੂਅਲ 'ਚ ਲਿਖਿਆ, ਤੁਹਾਨੂੰ ਭੇਜ ਦਾਂਗੇ।
ਤੁਹਾਨੂੰ ਪਤਾ ਚੱਲ ਜਾਏਗਾ ਵੀ ਹਾਈ ਹੈ ਤਾਂ ਆ ਲਿਖਣੀ ਹੈ ਗੱਲ, ਲੋ ਹੈ ਤਾਂ ਆ ਲਿਖਣੀ ਹੈ। ਇਸ ਤਰੀਕੇ ਨਾਲ ਬਾਕੀਆਂ ਦੀ ਤੁਸੀਂ ਇੰਟਰਪ੍ਰੀਟੇਸ਼ਨ ਕਰ ਦੇਣੀ ਹੈ। ਦਿਸ ਇਜ਼ ਦ ਮੋਸਟ ਇੰਪੋਰਟੈਂਟ ਪਾਰਟ। ਇਹ ਛੋਟਾ ਸਟੈਪ ਲੋ ਕਰ ਆ ਦੇਖੋ 6 which make 5 in the sense score after conversion. The scale is included to determine the validity of responses. A high score demonstrates a tendency to fake good. Lie score अगर ज़्यादा आ रहे हैं ना फिर तुसी आंसर्स पे रिलाई नहीं कर सकते। फिर जुड़े हुए आंसर आ रहे हैं उन्हें तुसी रिलाई नहीं कर सकते। तो कंक्लूजन यही लिखोगे कि इंटरप्रिटेशन तो आया है पर लाई स्कोर का रेंज तो आ रहा है दैट वी कैन नॉट टोटली डिपेंड, पूरे तरीके ਨਾਲ ਅਸੀਂ ਨਿਰਭਰ ਨਹੀਂ ਕਰ ਸਕਦੇ। ਫਿਰ ਉਸ ਕੇਸ 'ਚ ਕੀ ਕਰੀਏ? ਜਦੋਂ ਇੰਨਾ ਤੁਹਾਨੂੰ ਲੱਗੇ ਯੂ ਕੈਨ ਯੂਜ਼ ਵਨ ਮੋਰ ਟੈਸਟ। ਇੱਥੇ ਨਹੀਂ ਕਰਨਾ ਤੁਸੀਂ ਕਦੀ ਵੀ ਕਿਸੇ ਦੀ ਪਰਸਨੈਲਿਟੀ ਜਾਂ ਇੰਟੈਲੀਜੈਂਸ ਜਾਂ ਆਈਕਿਊ ਕੁਝ ਵੀ ਕੱਢ ਰਹੇ ਹੋ, ਇੱਕ ਟੈਸਟ ਤੋਂ ਅਸੀਂ ਕਦੀ ਨਹੀਂ ਸਿੱਟਾ ਕਰਦੇ। ਐਟਲੀਸਟ 3 ਡਿਫਰੈਂਟ, ਜਿਵੇਂ ਇੱਕ ਪ੍ਰੋਜੈਕਟਿਵ ਲਾ ਲਓ, ਇੱਕ ਸਬਜੈਕਟਿਵ ਲਾ ਲਓ, ਇੱਕ ਆਬਜੈਕਟਿਵ ਲਾ ਲਓ, ਉਸ ਤੋਂ ਬਾਅਦ ਤੁਸੀਂ ਕੰਕਲੂਜਨ ਕਰ ਸਕਦੇ ਹੋ। ਪਰ ਆਪਾਂ ਆਪਣੇ ਸਿਲੇਬਸ 'ਚ ਇੰਨਾ ਕੁਝ ਨਹੀਂ ਕਰ ਸਕਦੇ। ਤਾਂ ਅਗਰ ਤੁਹਾਡਾ ਲਾਈਵ ਸਕੋਰ ਜ਼ਿਆਦਾ ਆ ਗਿਆ ਤੁਸੀਂ ਲਿਖੋਗੇ ਕਿ ਇਸ ਦੋ ਵੀ ਹੈਵ ਇੰਟਰਪ੍ਰੀਟਡ ਦ ਰਿਜ਼ਲਟਸ but the chances of faking good are high in this subject, hence the test results will not be very reliable. They will not be agar unhe line zyada holi। Have I made myself clear beta? This is EPI, you can